ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਆਪਾਂ 9th ਕਲਾਸ ਦਾ ਜਿਹੜਾ 3rd ਚੈਪਟਰ ਉਹ ਕਰਦੇ ਪਏ ਹਾਂ। ਠੀਕ ਹੈ ਜੀ, ਨਿਰਦੇਸ਼ਕ ਜਿਓਮੈਟਰੀ। ਠੀਕ ਹੈ, ਇਹਦੇ ਵਿੱਚ ਕੀ ਹੈ, ਕਿਰਿਆ ਇੱਕ ਕਹਿੰਦਾ ਬੈਠਣ ਦੀ ਯੋਜਨਾ। ਠੀਕ ਹੈ, ਪਹਿਲਾਂ ਜੇ ਤੁਸੀਂ ਵੀਡੀਓ ਨਹੀਂ ਦੇਖਿਆ ਪਲੀਜ਼ ਦੇਖਿਓ, ਉਦੋਂ ਤੁਹਾਨੂੰ ਸਮਝ ਆਏਗਾ ਅਸੀਂ ਚੈਪਟਰ ਦੇ ਵਿੱਚ ਕਰਦੇ ਕੀ ਪਏ ਹਾਂ। ਠੀਕ ਹੈ, ਇਹ ਦੂਸਰੀ ਵੀਡੀਓ ਹੈ। ਕਹਿੰਦਾ ਸਾਰੇ ਡੈਸਕਾਂ ਨੂੰ ਇੱਕ ਇਕੱਠੇ ਖਿੱਚ ਕੇ ਆਪਣੀ ਜਮਾਤ ਵਿੱਚ ਬੈਠਣ ਦੀ ਯੋਜਨਾ ਤਿਆਰ ਕਰੋ। ਹਰੇਕ ਡੈਸਕ ਨੂੰ ਇੱਕ ਵਰਗ ਨਾਲ ਨਿਰੂਪਿਤ ਕਰੋ। ਠੀਕ ਹੈ, ਉਹਨੂੰ ਇੱਕ ਵਰਗ ਬਣਾ ਲਓ। ਮਤਲਬ ਇਹਦਾ ਇਹ ਵਰਗ ਹੈ। ਵਰਗ ਕੀ ਹੁੰਦੀ ਹੈ? ਜਿਹਦੀ ਲੈਂਥ ਅਤੇ ਬ੍ਰੈਥ, ਜਿਹਦੀ ਲੰਬਾਈ ਅਤੇ ਚੌੜਾਈ ਸਮਾਨ ਹੁੰਦੀ ਹੈ। ਹਰੇਕ ਵਰਗ ਵਿੱਚ ਉਸ ਵਿਦਿਆਰਥੀ ਦਾ ਨਾਮ ਲਿਖੋ ਜਿਸ 'ਤੇ ਉਹ ਬੈਠਦਾ ਹੈ ਅਤੇ ਜਿਸ ਨੂੰ ਉਹ ਵਰਗ ਨਿਰੂਪਿਤ ਕਰਦਾ ਹੈ। ਜਮਾਤ ਵਿੱਚ ਹਰੇਕ ਵਿਦਿਆਰਥੀ ਦੀ ਸਥਿਤੀ ਦਾ ਠੀਕ ਨਿਰਧਾਰਤ ਹੇਠ ਲਿਖੀਆਂ ਸੂਚਨਾਵਾਂ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ। ਉਹ ਕਾਲਮ ਜਿਸ 'ਤੇ ਉਹ ਬੈਠਦਾ ਜਾਂ ਬੈਠਦੀ ਹੈ, ਉਹ ਕਤਾਰ ਜਿਸ ਉੱਤੇ ਉਹ ਬੈਠਦਾ ਜਾਂ ਬੈਠਦੀ ਹੈ। ਹੁਣ ਤੁਹਾਨੂੰ ਇਹ ਦੋ ਚੀਜ਼ਾਂ ਵੀ ਸਮਝਣੀਆਂ ਚਾਹੀਦੀਆਂ ਨੇ, ਕਾਲਮ ਕੀ ਹੈ ਅਤੇ ਕਤਾਰ ਕੀ ਹੈ। ਠੀਕ ਹੈ, ਇਹਦੇ 'ਚ ਆਪਾਂ ਪੜ੍ਹਦੇ ਹਾਂ। ਜੇ ਤੁਸੀਂ ਉਸ ਡੈਸਕ ਉੱਤੇ ਬੈਠਦੇ ਹੋ ਤਾਂ ਪੰਜਵੇਂ ਕਾਲਮ ਅਤੇ ਤੀਸਰੀ ਕਤਾਰ ਵਿੱਚ ਹੈ। ਮੰਨ ਲਓ ਜੇ ਤੁਸੀਂ ਉਸ ਡੈਸਕ 'ਤੇ ਬੈਠਦੇ ਹੋ ਜੋ ਪੰਜਵੇਂ ਕਾਲਮ ਅਤੇ ਤੀਸਰੀ ਕਤਾਰ ਵਿੱਚ ਹੈ, ਸਾਨੂੰ ਚਿੱਤਰ 3 ਪਿੰਡ ਵਿੱਚ ਛਾਇਆ ਅੰਕਿਤ ਵਰਗ ਵਜੋਂ ਦਿਖਾਇਆ ਗਿਆ ਹੈ। ਠੀਕ ਹੈ ਜੀ, ਆ ਰਿਹਾ ਤੁਹਾਡੇ ਕੋਲ ਇਹ ਬਕਸਾ। ਹੁਣ ਉਹਨੇ ਕੀ ਕਿਹਾ ਹੈ? ਉਹਨੇ ਇਹ ਕਿਹਾ ਹੈ ਕਿ ਜੇ ਤੁਸੀਂ ਉਸ ਡੈਸਕ 'ਤੇ ਬੈਠਦੇ ਹੋ ਜੋ ਪੰਜਵੇਂ ਕਾਲਮ 'ਤੇ ਹੈ, ਤਾਂ ਤੁਸੀਂ ਕਿੱਦਾਂ ਕੀਤਾ? ਇੱਧਰੋਂ ਜਾਣਾ ਸ਼ੁਰੂ ਕੀਤਾ ਤਾਂ ਦੇਖੋ ਇਹ ਪਹਿਲਾ ਕਾਲਮ, ਕਾਲਮ ਨੰਬਰ 1, ਕਾਲਮ ਨੰਬਰ 2, ਕਾਲਮ ਨੰਬਰ 3, ਕਾਲਮ ਨੰਬਰ 4, ਕਾਲਮ ਨੰਬਰ 5, ਇਹ ਸਾਰੇ ਕਾਲਮ ਨੇ। ਠੀਕ ਹੈ, ਤਾਂ ਇੱਧਰ ਨੂੰ ਕੀ ਹੋ ਗਿਆ? ਕਤਾਰ। ਠੀਕ ਹੈ ਜੀ, ਇਹ ਤੁਹਾਡੇ ਕੋਲ ਕੀ ਕਤਾਰ, ਇੱਧਰ ਤੁਹਾਡੇ ਕੋਲ ਕੀ ਆ? ਕਾਲਮ। ਕਲੀਅਰ ਚੀਜ਼ ਇਹ ਸਮਝਣੀ ਚਾਹੀਦੀ ਆ। ਇਹ ਰੋਜ਼ ਹੁੰਦੀਆਂ ਨੇ ਇੰਗਲਿਸ਼ ਦੇ ਵਿੱਚ, ਇਹਨੂੰ ਅਸੀਂ ਕਾਲਮ ਕਹਿੰਦੇ ਆ। ਓਕੇ, ਅੱਛਾ, ਜਿਹੜੀ ਪਹਿਲੀ ਸੰਖਿਆ ਕਾਲਮ ਸੰਖਿਆ ਨੂੰ ਪ੍ਰਗਟ ਕਰਦੀ ਹੈ, ਦੂਸਰੀ ਸੰਖਿਆ ਕਤਾਰ ਸੰਖਿਆ ਨੂੰ ਪ੍ਰਗਟ ਕਰਦੀ ਹੈ। ਸਮਝ ਆ ਗਿਆ? ਤਾਂ ਇਹ ਹੁਣ ਕਤਾਰ ਕੀ ਹੈ? ਪਹਿਲੀ ਕਤਾਰ, ਦੂਜੀ ਕਤਾਰ, ਤੀਜੀ ਕਤਾਰ। ਮਤਲਬ ਕਾਲਮ ਆ ਪਹਿਲਾ ਕਾਲਮ ਸੀਗਾ, ਦੂਜਾ ਕਾਲਮ ਸੀਗਾ, ਤੀਜਾ ਕਾਲਮ ਸੀਗਾ, ਚੌਥਾ ਕਾਲਮ ਸੀਗਾ। ਪੰਜਵੇਂ ਕਾਲਮ ਦੇ ਵਿੱਚ ਤੇ ਕਿੱਧਰੋਂ ਜਾਣਾ? ਪਹਿਲੀ ਕਤਾਰ, ਦੂਜੀ ਕਤਾਰ, ਤੀਜੀ ਕਤਾਰ। ਤਾਂ ਤੀਜੀ ਕਤਾਰ ਦੇ ਵਿੱਚ ਇਹਨੂੰ ਕਿੱਦਾਂ ਸਮਝ ਸਕਦੇ ਆਪਾਂ? ਇਹਨੂੰ ਇਸ ਤਰੀਕੇ ਨਾਲ ਸਮਝ ਸਕਦੇ ਹਾਂ। ਠੀਕ ਹੈ, ਇਹਨੂੰ ਕਿੱਦਾਂ ਸਮਝ ਸਕਦੇ ਹਾਂ? ਇਹਨੂੰ ਇਸ ਤਰੀਕੇ ਨਾਲ ਸਮਝ ਸਕਦੇ ਹਾਂ। ਇੱਥੇ ਕੀ ਆ? ਐਂਟਰੀ ਆ ਸੀ ਕਮਰੇ ਦੇ ਰੂਮ 'ਚ ਅਸੀਂ ਐਂਟਰ ਕੀਤੇ ਤਾਂ ਤੁਸੀਂ ਦੇਖਿਆ ਵੀ ਮੇਰੀ ਪਹਿਲੇ ਕਾਲਮ ਦੇ ਵਿੱਚ ਇੱਥੇ ਤੁਸੀਂ ਜਾਂਦੇ ਹੋ ਕਲਾਸ 'ਚ, ਇੱਦਾਂ ਬੋਰਡ 'ਤੇ ਲਿਖਿਆ ਹੁੰਦਾ ਨਾ, ਇੱਦਾਂ ਵੀ ਰੋਲ ਨੰਬਰ 1 2 3 4 ਇੱਦਾਂ ਬੋਰਡ 'ਤੇ ਲਿਖੇ ਹੁੰਦੇ ਨੇ। ਤੁਸੀਂ ਦੇਖਿਆ ਨਹੀਂ ਪਹਿਲੇ ਕਾਲਮ 'ਚ ਮੇਰਾ ਆਉਂਦਾ ਨਹੀਂ, ਦੂਜੇ ਜਾਂਦਾ ਮੇਰਾ ਨਹੀਂ, ਤੀਜੇ ਜਾਂਦਾ ਨਹੀਂ, ਚੌਥੇ ਜਾਂਦਾ ਨਹੀਂ, ਕਿੰਨੇ ਵਿੱਚ ਜਾਂਦਾ? ਪੰਜਵੇਂ ਜਾਂਦਾ। ਤੁਸੀਂ ਪੰਜਵੇਂ ਕਾਲਮ 'ਚ ਗਏ ਤਾਂ ਪੰਜਵੇਂ ਕਾਲਮ 'ਚ ਕੀ ਪਹਿਲੀ ਕਤਾਰ 'ਚ ਤੁਸੀਂ ਬਹਿਣਾ? ਨਹੀਂ। ਕਿ ਦੂਜੇ ਡੈਸਕ 'ਤੇ ਬਹਿਣਾ? ਨਹੀਂ। ਕਿਹਨੇ ਡੈਸਕ 'ਤੇ ਬਹਿਣਾ? ਤੀਜੇ ਡੈਸਕ 'ਤੇ ਬਹਿਣਾ। ਤਾਂ ਠੀਕ ਹੈ, ਤਾਂ ਮਤਲਬ ਤੀਸਰੀ ਕਤਾਰ ਦੇ ਵਿੱਚ ਪੰਜਵੇਂ ਕਾਲਮ ਦੇ ਉੱਤੇ ਬੈਠੇ ਹੋ। ਓਕੇ, ਜਿੱਥੇ ਪਹਿਲੀ ਸੰਖਿਆ ਕਾਲਮ ਨੂੰ ਪ੍ਰਗਟ ਕਰਦੀ ਹੈ ਤੇ ਦੂਸਰੀ ਸੰਖਿਆ ਕਤਾਰ ਸੰਖਿਆ ਨੂੰ ਪ੍ਰਗਟ ਕਰਦੀ ਹੈ। ਕੀ ਇਹ ਉਹੀ ਹੈ ਜੋ 3,5 ਹੈ? ਨਹੀਂ। ਕੀ ਇਹ ਉਹੀ ਹੈ ਜੋ 3,5 ਹੈ? ਇੱਥੇ ਹੁਣ ਗੱਲ ਸਮਝਣ ਵਾਲੀ ਹੈ। ਇਹ 3,5 ਵਰਗੀ ਗੱਲ ਨਹੀਂ ਹੈ। ਇੱਥੇ ਸਮਝਣ ਵਾਲੀ ਗੱਲ ਇਹ ਆ, ਦੇਖੋ ਜਦੋਂ ਮਲਟੀਪਲੀਕੇਸ਼ਨ ਕਰਦੇ ਆਪਾਂ ਨਾ, 3 ਗੁਣਾ 5 ਅਤੇ 5 ਗੁਣਾ 3 ਸੇਮ ਹੁੰਦਾ ਹੈ, 15 ਆਉਂਦਾ ਹੈ। ਪਰ ਇੱਥੇ ਗੱਲ ਇਹ ਨਹੀਂ ਹੈਗੀ, ਇੱਥੇ 5,3 ਹੈ ਅਤੇ ਇੱਥੇ 3,5 ਹੈ। ਦੈਟ ਮੀਨਸ ਇੱਥੇ ਪਹਿਲਾਂ ਤੁਹਾਡੇ ਕੋਲ ਕੀ ਆ? ਕਾਲਮ ਹੈ ਅਤੇ ਫਿਰ ਤੁਹਾਡੇ ਕੋਲ ਕੀ ਆ? ਕਤਾਰ ਹੈ। ਇਹਦੇ ਵਿੱਚ ਤੀਜੀ ਪਹਿਲਾਂ ਕਾਲਮ ਹੈ, ਫਿਰ ਕੀ ਆ? ਕਤਾਰ ਹੈ। ਸਮਝ ਆਈ ਗੱਲ? ਤਾਂ ਇਹਦੇ ਵਿੱਚ ਕੀ ਆ? ਹੁਣ ਜਿਹੜਾ 3,5 ਆ, 3,5 ਨੂੰ ਅਸੀਂ ਇਹਨੂੰ ਐਕਸ ਵੀ ਮੰਨ ਸਕਦੇ ਹਾਂ ਅਤੇ ਇਹਨੂੰ ਇਹਦਾ ਵਾਈ ਵੀ ਮੰਨਾਂਗੇ ਅੱਗੇ ਜਾ ਕੇ। ਠੀਕ ਹੈ, ਤਾਂ ਮਤਲਬ 1 2 3 ਚੱਲਣਾ ਕਿੰਨੇ? ਪੰਜਵੀਂ 'ਤੇ 1 2 ਪਹਿਲੀ ਕਤਾਰ, ਦੂਜੀ ਕਤਾਰ, ਤੀਜੀ ਕਤਾਰ, ਚੌਥੀ ਕਤਾਰ, ਪੰਜਵੀਂ ਕਤਾਰ। ਤਾਂ ਆਹ ਵਾਲਾ ਇਹ ਚੀਜ਼ ਮੇਰੇ ਕੋਲ ਕੀ ਬਣਦੀ ਆ? 3,5 ਅਤੇ ਆਹ ਮੇਰੇ ਕੋਲ ਕੀ ਬਣਦੀ ਆ? 5,3। ਸਮਝ ਆਈ ਗੱਲ? ਤਾਂ ਕਿੱਦਾਂ ਪਹਿਲਾਂ ਕੀ ਆਉਂਦਾ? ਕਾਲਮ, ਫਿਰ ਕੀ ਆਈ ਤੁਹਾਡੇ ਕੋਲ? ਕਤਾਰ। ਇੰਨੀ ਗੱਲ ਸਮਝ ਆ ਗਈ ਆ? ਤਾਂ ਪਹਿਲਾਂ ਕੀ ਆਉਂਦਾ? ਐਕਸ। ਪਹਿਲਾਂ ਅਸੀਂ ਐਕਸ ਐਕਸਿਸ 'ਤੇ ਚੱਲਦੇ ਹਾਂ, ਫਿਰ ਅਸੀਂ ਵਾਈ ਐਕਸਿਸ 'ਤੇ ਚੱਲਦੇ ਹਾਂ। ਓਕੇ, ਤੁਸੀਂ ਆਪਣੀ ਜਮਾਤ ਦੇ 2 ਵਿਦਿਆਰਥੀਆਂ ਦੇ ਨਾਂ ਅਤੇ ਉਹਨਾਂ ਦੀ ਬੈਠਣ ਦੀ ਸਥਿਤੀਆਂ ਲਿਖੋ। ਉਦਾਹਰਨ ਦੇ ਲਈ ਜੀ, ਜੇ ਸੋਨੀਆ ਚੌਥੇ ਕਾਲਮ ਅਤੇ ਪਹਿਲੀ ਕਤਾਰ ਵਿੱਚ ਬੈਠਦੀ ਹੈ। ਹੁਣ ਸੋਨੀਆ ਨੇ ਕਿੱਥੇ ਬਹਿਣਾ ਹੈ? ਇਹ ਚੀਜ਼ ਨੂੰ ਅਸੀਂ ਪਤਾ ਕਰਨਾ ਹੈ। ਠੀਕ ਹੈ, ਸੋਨੀਆ ਕਿੱਥੇ ਬੈਠਣਾ ਚਾਹੁੰਦੀ ਹੈ? ਉਹਨੇ ਬੈਠਣਾ ਹੈ 4,1 'ਤੇ। ਤਾਂ 4,1 'ਤੇ ਬੈਠਣਾ ਹੈ। ਤਾਂ ਹੁਣ ਕੁਐਸਚਨ ਹੈ 4,1 ਨੂੰ ਮੈਂ ਕੀ ਸਮਝਾਂ? ਐਸ ਹੈ ਨਾ, ਇਹਨੂੰ ਐਸ ਇੱਦਾਂ ਪਾ ਕੇ ਇਹਦਾ ਨਾਮ ਐਸ ਦੇਤਾ। ਸੋਨੀਆ ਦਾ ਐਸ ਲੈ ਲਿਆ। 4,1 'ਤੇ ਬਹਿਣਾ ਹੈ। ਤਾਂ ਪਹਿਲਾਂ ਦੇਖੋ ਕਿ ਕਿੱਧਰ ਤੁਰਨਾ ਤੁਸੀਂ? ਪਹਿਲਾਂ ਕਤਾਰ 'ਤੇ ਜਾਣਾ ਕਿ ਪਹਿਲਾਂ ਕਾਲਮ 'ਤੇ ਜਾਣਾ ਹੈ? ਠੀਕ ਹੈ ਜੀ, ਤਾਂ ਮਤਲਬ ਪਹਿਲਾਂ ਕਿੱਧਰ ਜਾਣਾ ਤੁਸੀਂ? ਇੱਦਾਂ ਕਾਲਮ 'ਤੇ ਜਾਣਾ। 1 2 3 4 4 'ਤੇ ਗਏ, ਪਰ ਕਿਹੜੀ ਕਤਾਰ 'ਚ? ਪਹਿਲੀ ਕਤਾਰ 'ਚ। ਤਾਂ ਆ ਰਿਹਾ ਤੁਹਾਡੇ ਕੋਲ ਸੋਨੀਆ ਕਿੱਥੇ ਬੈਠੀ ਆ? ਇਹਦੇ ਵਿੱਚ ਬੈਠੀ ਆ। ਓਕੇ, ਕਲੀਅਰ ਚੀਜ਼? ਅਧਿਆਪਕ ਦੀ ਇਮੇਜ ਤੁਹਾਡੇ ਬੈਠਣ ਦੀ ਯੋਜਨਾ ਦਾ ਹਿੱਸਾ ਨਹੀਂ ਹੈ। ਇੱਥੇ ਕੀ ਹੈ? ਟੀਚਰ। ਆਹ ਟੀ ਲਿਖਿਆ ਆ। ਤੁਸੀਂ ਮੇਰੀ ਜਗ੍ਹਾ 'ਤੇ ਆ ਕੇ ਟੀਚਰ ਦੀ ਜਗ੍ਹਾ 'ਤੇ ਨਹੀਂ ਬਹਿਣਾ, ਤੁਸੀਂ ਆਪਣੀ ਜਗ੍ਹਾ 'ਤੇ ਹੀ ਬਹਿਣਾ ਹੈ। ਇੱਥੇ ਅਸੀਂ ਅਧਿਆਪਕ ਨੂੰ ਸਿਰਫ ਨਿਗਰਾਨ ਹੀ ਮੰਨਦੇ ਹਾਂ। ਟੀ ਅਧਿਆਪਕ ਦੀ ਇਮੇਜ ਨੂੰ ਦਰਸਾਉਂਦਾ ਅਤੇ ਐਸ ਸੋਨੀਆ ਦੀ ਡੈਸਕ ਨੂੰ ਦਰਸਾਉਂਦਾ ਹੈ। ਕਲੀਅਰ ਹੋ ਗਈ ਗੱਲ ਜੀ? ਇਹਦਾ ਕਿਸੇ ਦੀ ਚੀਜ਼ ਦੀ ਵੀ ਤੁਸੀਂ ਲੋਕੇਸ਼ਨ ਲੱਭ ਸਕਦੇ ਹੋ। ਹੁਣ ਤੁਸੀਂ ਉੱਪਰ ਦਿੱਤੀ ਚਰਚਾ 'ਚ ਦੇਖਿਆ ਕਿ ਸਮਤਲ 'ਤੇ ਰੇਖੀ ਹੋਈ ਕਿਸੇ ਵਸਤੂ ਦੀ ਸਥਿਤੀ 2 ਲੰਬ ਰੇਖਾਵਾਂ ਦੀ ਸਹਾਇਤਾ ਨਾਲ ਨਿਰੂਪਿਤ ਕੀਤੀ ਜਾ ਸਕਦੀ ਹੈ। ਆਨਸਰ ਆ ਗਿਆ ਤੁਹਾਡੇ ਕੋਲ। ਇਹ ਕੀ ਹੈ? ਕੁਐਸਚਨ ਇਹ ਹੈ ਕਿ ਇੱਕ ਸਮਤਲ 'ਤੇ ਰੱਖੀ ਹੋਈ ਕਿਸੇ ਵਸਤੂ ਦੀ ਸਥਿਤੀ ਲੱਭੀ ਜਾ ਸਕਦੀ ਹੈ। ਸਮਤਲ ਦਾ ਮਤਲਬ ਦੇਖੋ, ਸਮਤਲ ਵੀ ਇਹੀ ਆ ਜਿਹੜਾ ਸਮ ਨੂੰ 90 ਡਿਗਰੀ ਵੀ ਅਸੀਂ ਬੋਲਦੇ ਹਾਂ, ਤਲ
ਥੱਲਾ ਜਿਹੜਾ ਥੱਲਾ ਹੁੰਦਾ 90 ਡਿਗਰੀ ਹੈ, ਜਿੱਥੇ 90 ਡਿਗਰੀ ਬਣਦਾ ਹੋਵੇ ਇੱਥੇ 90 ਡਿਗਰੀ ਬਣਦਾ ਪਿਆ, ਇਹਨੂੰ ਇੱਦਾਂ ਵੀ ਸਮਤਲ ਬੋਲ ਸਕਦੇ ਹੋ। ਸਮਤਲ ਨੂੰ ਅਸੀਂ ਇੱਦਾਂ ਆਮ ਭਾਸ਼ਾ ਵਿੱਚ ਇਹ ਸੋਚਦੇ ਹਾਂ, ਜਿਹੜੀ ਚੀਜ਼ ਪੱਧਰੀ ਹੁੰਦੀ ਹੈ, ਜਿਹੜੀ ਉਬੜ ਖਾਬੜ ਨਾ ਹੋਵੇ, ਉਹਨੂੰ ਅਸੀਂ ਸਮਤਲ ਬੋਲ ਦਿੰਦੇ ਹਾਂ। ਇਹ ਸਮਤਲ ਹੈ। ਐਕਚੁਅਲੀ ਸਮਤਲ ਦਾ ਮਤਲਬ ਕੀ ਹੈ? ਪਲੇਨ। ਪਲੇਨ ਇਹ ਕੀ ਹੈ? 2 ਡਾਇਮੈਂਸ਼ਨ ਦੇ ਵਿੱਚ ਹੈ, ਠੀਕ ਹੈ ਜੀ, ਪਲੇਨ। ਓਕੇ, ਤਾਂ ਇਹਦੇ ਵਿੱਚ ਤੁਹਾਡੇ ਕੋਲ ਕੀ ਆ ਕਿ ਅਸੀਂ ਕਿਸੇ ਦੀ ਲੋਕੇਸ਼ਨ ਲੱਭ ਸਕਦੇ ਹਾਂ, ਬਿਲਕੁਲ ਲੱਭ ਸਕਦੇ ਹਾਂ। ਪਹਿਲਾਂ ਕੀ ਲੱਭੋ? ਕਾਲਮ, ਫਿਰ ਕੀ ਲੱਭੋ? ਕਤਾਰ। ਜਿੱਥੇ ਦੋਨੋਂ ਬਿੰਦੂ ਮਿਲਦੇ ਨੇ, ਦੋਨਾਂ ਲਾਈਨਾਂ ਖਿੱਚੋ, ਜਿੱਥੇ ਕੱਟ ਕਰਦੇ ਹੋ ਉਹ ਬਿੰਦੂ ਤੁਹਾਡੇ ਕੋਲ ਬਣ ਜਾਂਦਾ ਹੈ। ਓਕੇ, ਉੱਥੇ ਕੀ ਹੁੰਦਾ? 2 ਲੰਬ ਰੇਖਾਵਾਂ ਦੀ ਸਹਾਇਤਾ ਨਾਲ ਨਿਰੂਪਿਤ ਕੀਤੀ ਜਾ ਸਕਦੀ ਹੈ। ਕਲੀਅਰ ਚੀਜ਼ ਕਿਸੇ ਦੀ 2 ਲੰਬ ਰੇਖਾਵਾਂ ਨਾਲ ਕਿੱਦਾਂ ਕੀਤੀ ਜਾ ਸਕਦੀ ਹੈ, ਇਹ ਤੁਹਾਨੂੰ ਇੱਥੇ ਗੱਲ ਕਲੀਅਰ ਹੋ ਗਈ ਹੋਣੀ ਆ। ਮੰਨ ਲਓ ਮੈਂ ਇੱਥੇ ਇੱਕ ਡਾਟ ਲਗਾ ਲੈਣਾ, ਇੱਥੇ ਇੱਕ ਡਾਟ ਲਗਾ ਲੈਣਾ, ਇਹਦੀ ਸਥਿਤੀ ਲੱਭੋ। ਪਹਿਲਾਂ ਮੈਂ ਕੀ ਕੀਤੀ? ਇੱਥੋਂ ਇਹਨੂੰ ਇੱਕ ਰੇਖਾ ਮੰਨ ਲਿਆ। ਓਕੇ ਜੀ, ਫਿਰ ਇਹਨੂੰ ਇੱਧਰੋਂ ਇੱਕ ਰੇਖਾ ਮੰਨ ਲਿਆ। ਇਹਦੇ ਵਿੱਚ ਮੈਂ ਕੀ ਕੀਤਾ? ਚੱਲਣਾ ਸਟਾਰਟ ਕੀਤਾ। ਜੋ ਚੱਲਣਾ ਸਟਾਰਟ ਕੀਤਾ ਤਾਂ ਮੈਂ ਉੱਪਰ ਵੱਲ ਦੇਖਿਆ, ਇੱਥੇ ਇੱਕ ਲੰਬ ਰੇਖਾ ਖਿੱਚਤੀ। ਫਿਰ ਮੈਂ ਇੱਧਰ ਚੱਲਣਾ ਸਟਾਰਟ ਕੀਤਾ ਤਾਂ ਇੱਧਰ ਨੂੰ ਵੀ ਉੱਪਰ ਵੱਲ ਦੇਖਿਆ ਤਾਂ ਇੱਥੇ ਵੀ ਇੱਕ ਰੇਖਾ ਖਿੱਚਦੀ, ਜਿੱਥੋਂ ਦੋਨੋਂ ਕੱਟ ਕਰਦੀਆਂ ਨੇ। ਪਰ ਪਹਿਲਾਂ ਕਿਹੜੀ ਲਿਖਣੀ? ਆਹ ਵਾਲੀ ਚੀਜ਼। ਮੰਨ ਲਓ ਇਹ 5,3 ਬਣ ਗਈ। ਓਕੇ, ਇਸ ਤਰੀਕੇ ਨਾਲ ਅਸੀਂ 2 ਡਾਇਮੈਂਸ਼ਨਲ ਸਮਤਲ ਜਾਂ ਪਲੇਨ ਦੇ ਵਿੱਚ ਕਿਸੇ ਵੀ ਚੀਜ਼ ਨੂੰ ਰੱਖ ਲਓ, ਚਾਹੇ ਤੇ ਭਾਂਟੇ ਰੱਖ ਲਓ, ਚਾਹੇ ਤੇ ਸਮੋਸਾ ਰੱਖ ਲਓ, ਰਸਗੁੱਲਾ ਰੱਖ ਲਓ, ਜੋ ਮਰਜ਼ੀ ਰੱਖ ਲਓ, ਤੁਸੀਂ ਉਹਦੀ ਸਥਿਤੀ ਨੂੰ 2 ਡਾਇਮੈਂਸ਼ਨ 'ਚ ਲੱਭ ਸਕਦੇ ਹੋ। ਓਕੇ, ਇਹੀ ਇਹ ਚੈਪਟਰ ਦੀ ਖਾਸੀਅਤ ਹੈ। ਕਲੀਅਰ ਹੋ ਗਿਆ ਤੱਕ ਗੱਲ? ਹੁਣ ਇਹ ਚੈਪਟਰ ਨੂੰ ਸਟਾਰਟ ਕਰਦੇ ਹਾਂ, ਜਿਹੜੀ ਮੈਥਮੈਟਿਕਲੀ ਟਰਮ ਦੇ ਵਿੱਚ ਆਪਾਂ ਜਾਣਾ ਹੈ। ਠੀਕ ਹੈ, ਹੁਣ ਕਹਿੰਦੇ ਬੈਠਣ ਦੀ ਯੋਜਨਾ। ਅੱਛਾ, ਇਹ ਤੱਕ ਹੋ ਗਈ ਸੀ। ਜੇ ਵਸਤੂ ਇੱਕ ਬਿੰਦੂ ਹੈ, ਹੁਣ ਵਸਤੂ ਨੂੰ ਕੀ ਮੰਨ ਲਿਆ ਸੀ? ਹੁਣ ਦੇਖੋ, ਵਸਤੂ ਨੂੰ ਅਸੀਂ ਬਿੰਦੂ ਮੰਨ ਸਕਦੇ ਹਾਂ। ਯਾਦ ਰੱਖਿਓ, ਮੈਥ ਦੀ ਇੱਕ ਖਾਸੀਅਤ ਹੈ, ਅਸੀਂ ਈਵਨ ਪਲੈਨਟਸ ਨੂੰ ਵੀ ਇੱਕ ਬਿੰਦੂ ਮੰਨ ਸਕਦੇ ਹਾਂ, ਅਸੀਂ ਇੱਕ ਇਲੈਕਟ੍ਰੋਨ ਨੂੰ ਵੀ ਬਿੰਦੂ ਮੰਨ ਸਕਦੇ ਹਾਂ। ਠੀਕ ਹੈ, ਅਤੇ ਅਸੀਂ ਇਹਨਾਂ ਨੂੰ ਅੰਗਰੇਜ਼ੀ 'ਚ ਬੋਲ ਦਿੰਦੇ ਹਾਂ ਆਬਜੈਕਟ। ਘਬਰਾਉਣਾ ਨਹੀਂ ਹੈਗਾ ਵੀ ਇਹ ਚਾਰਜ ਨੂੰ ਆਬਜੈਕਟ ਮੰਨਿਆ, ਕਿਸੇ ਚੀਜ਼ ਨੂੰ ਆਬਜੈਕਟ ਮੰਨਿਆ, ਹੈ ਨਾ, ਜਾਂ ਇੱਕ ਡਾਟ ਮੰਨਿਆ ਜਾਂ ਬਿੰਦੂ ਮੰਨਿਆ, ਹੈ ਨਾ, ਤਾਂ ਘਬਰਾਉਣਾ ਨਹੀਂ। ਇਹਦਾ ਮਤਲਬ ਇਹ ਅਸੀਂ ਦੁਨੀਆ ਤੋਂ ਵੱਡੀ ਤੋਂ ਵੱਡੀ ਅਰਥ ਨੂੰ ਅਸੀਂ ਅਰਥ ਨਹੀਂ ਲਿਖਦੇ, ਅਸੀਂ ਉਹਨੂੰ ਇੱਕ ਬਿੰਦੂ ਮੰਨ ਸਕਦੇ ਹਾਂ। ਇੱਕ ਇਲੈਕਟ੍ਰੋਨ ਨੂੰ, ਛੋਟੇ ਤੋਂ ਛੋਟੇ ਨੂੰ ਅਸੀਂ ਇਲੈਕਟ੍ਰੋਨ ਨਹੀਂ ਲਿਖਦੇ, ਉਹਨੂੰ ਅਸੀਂ ਬਿੰਦੂ ਲੈ ਕੇ ਮੈਥ ਸਾਇੰਸ ਦੇ ਵਿੱਚ ਅਤੇ ਮੈਥ ਦੇ ਵਿੱਚ ਸੋਲਵ ਕਰ ਸਕਦੇ ਹਾਂ। ਬੈਠਣ ਦੀ ਯੋਜਨਾ ਦੇ ਸੰਬੰਧ ਵਿੱਚ ਅਸੀਂ ਕਾਲਮ ਦੀ ਸੰਖਿਆ ਅਤੇ ਕਤਾਰ ਦੀ ਸੰਖਿਆ ਦਾ ਪਤਾ ਹੋਣਾ ਜ਼ਰੂਰੀ ਹੈ। 2 ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ, ਕਾਲਮ ਦੀ ਸੰਖਿਆ ਅਤੇ ਕਤਾਰ ਦੀ ਸੰਖਿਆ। ਇਸ ਸਰਲ ਵਿਚਾਰਧਾਰਾ ਦੇ ਦੂਰ ਅੰਦੇਸ਼ੀ ਨਤੀਜੇ ਹੁੰਦੇ ਹਨ ਅਤੇ ਇਸ ਤੋਂ ਹੀ ਗਣਿਤ ਦੀ ਨਿਰਦੇਸ਼ ਅੰਕ ਜਮਾਇਤੀ ਕੋਆਰਡੀਨੇਟ ਜਿਓਮੈਟਰੀ ਨਾਮਕ ਇੱਕ ਅਤੀ ਮਹੱਤਵਪੂਰਨ ਸ਼ਾਖਾ ਹੋਂਦ ਵਿੱਚ ਆਈ। ਕਲੀਅਰ ਜੀ? ਇਹ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਣਾ ਇਹ ਚੈਪਟਰ ਅਸੀਂ ਪੜ੍ਹਦੇ ਕਿਉਂ ਪਏ ਹਾਂ। ਮਤਲਬ ਨਿਰਦੇਸ਼ ਅੰਕ ਜਮਾਇਤੀ ਕੋਆਰਡੀਨੇਟ ਜਿਓਮੈਟਰੀ ਕਿਉਂ ਹੋਂਦ ਦੇ ਵਿੱਚ ਆਈ? ਕਿਉਂਕਿ ਸਾਨੂੰ ਕੀ ਚਾਹੀਦਾ ਹੈ? ਅਸੀਂ, ਠੀਕ ਹੈ ਜੀ, ਅਸੀਂ ਕੀ ਚਾਹੁੰਦੇ ਹਾਂ? ਲੱਭਣਾ ਚਾਹੁੰਦੇ ਹਾਂ। ਅਤੇ ਇਹਦੀ ਕਹਾਣੀ ਪਿੱਛੇ ਬਹੁਤ ਇੰਟਰਸਟਿੰਗ ਹੈ। ਜਦੋਂ ਆਪਾਂ ਪੜ੍ਹਾਂਗੇ ਨਾ ਟੌਪਿਕ ਦਾ, ਇਸ ਬੰਦੇ ਦੀ ਪੜ੍ਹਾਂਗੇ ਜਿਹਨੇ ਬਣਾਈ ਹੈ ਜਿਓਮੈਟਰੀ, ਹੈ ਨਾ, ਉਹਦੇ ਬਾਰੇ ਤੁਹਾਨੂੰ ਪਤਾ ਲੱਗੇਗਾ ਵੀ ਅੱਛਾ ਉਹਨੇ ਕਿਵੇਂ ਲੱਭੀ ਸੀ ਇਹ। ਕਹਿੰਦਾ ਇਸ ਅਧਿਆਇ ਵਿੱਚ ਸਾਡਾ ਉਦੇਸ਼ ਹੈ ਨਿਰਦੇਸ਼ ਅੰਕ ਜਮਾਇਤੀ। ਹੁਣ ਦੇਖੋ, ਅੰਕ ਤਾਂ ਅਸੀਂ ਲੱਭਣੇ ਨੇ, ਜਮਾਇਤੀ ਵਰਡ ਯੂਜ਼ ਹੁੰਦਾ ਜਿਓਮੈਟਰੀ ਲਈ, ਹੈ ਨਾ, ਅਤੇ ਅੰਕ ਸੰਖਿਆਵਾਂ, ਨਿਰਦੇਸ਼ ਜਿਹੜੇ ਸਾਨੂੰ ਦਿੰਦੇ ਨੇ ਵੀ ਜਿਹਦੇ ਨਾਲ ਸਾਨੂੰ ਨਿਰਦੇਸ਼ ਮਿਲੂਗਾ। ਪਹਿਲਾਂ ਕਾਲਮ 'ਤੇ ਜਾਣਾ ਹੈ, ਫਿਰ ਅਸੀਂ ਕਤਾਰਾਂ 'ਤੇ ਜਾਣਾ ਹੈ। ਓਕੇ, ਇਹਨੂੰ ਇਸ ਤਰੀਕੇ ਨਾਲ ਸਮਝ ਸਕਦੇ ਹੋ। ਦੇ ਕੁਝ ਮੁੱਢਲੀਆਂ ਧਾਰਨਾਵਾਂ ਨੂੰ ਪੜ੍ਹਨਾ ਨੂੰ ਜਾਣੂ ਕਰਾਉਣਾ ਚਾਹੁੰਦੇ ਹਾਂ। ਇਸ ਦੇ ਬਾਰੇ ਤੁਸੀਂ ਵਿਸਤਾਰ ਨਾਲ ਅਧਿਐਨ ਉਚੇਰੀ ਜਮਾਤਾਂ ਵਿੱਚ ਕਰੋਗੇ। ਸ਼ੁਰੂ ਵਿੱਚ ਫਰਾਂਸਿਸ ਦਾਰਸ਼ਨਿਕ ਅਤੇ ਸਾਵਧਾਨ ਰੈਨੇ ਦਕਾਰਤੇ ਨੇ ਇਸ ਅਧਿਐਨ ਨੂੰ ਵਿਕਸਿਤ ਕੀਤਾ ਸੀ। ਉਹਨੇ ਕਿੱਦਾਂ ਕੀਤਾ ਸੀ ਉਹ ਦੇਖਦੇ ਹਾਂ। ਕਹਿੰਦੇ ਕੁਝ ਲੋਕ ਸਵੇਰੇ ਬਿਸਤਰ 'ਤੇ ਪਏ ਰਹਿਣਾ ਪਸੰਦ ਕਰਦੇ ਨੇ, ਸਾਰੇ, ਕੋਈ ਉੱਠ ਕੇ ਸਕੂਲ ਨਹੀਂ ਜਾਣਾ ਚਾਹੁੰਦਾ। ਇਹੀ ਯਾਦ 17ਵੀਂ ਸ਼ਤਾਬਦੀ ਦੇ ਮਹਾਨ ਫਰਾਂਸੀਸੀ ਸਾਵਧਾਨ ਰੈਨੇ ਦੀ ਦਕਾਰਤੇ ਦੀ ਸੀ। ਪਰ ਉਹ ਆਲਸੀ ਵਿਅਕਤੀ ਨਹੀਂ ਸੀ। ਉਹ ਸਮਝਦਾ ਸੀ ਕਿ ਬਿਸਤਰ 'ਤੇ ਪਏ ਹੋਏ ਜ਼ਿਆਦਾ ਚਿੰਤਨ ਕੀਤਾ ਜਾ ਸਕਦਾ ਹੈ। ਇੱਕ ਦਿਨ ਜਦੋਂ ਆਪਣੇ ਬਿਸਤਰ 'ਤੇ ਆਰਾਮ ਕਰ ਰਿਹਾ ਸੀ ਤਾਂ ਉਸ ਨੇ ਇੱਕ ਸਮਤਲ 'ਤੇ ਇੱਕ ਬਿੰਦੂ ਦੀ ਸਥਿਤੀ ਦਾ ਨਿਰਧਾਰਨ ਕਰਨ ਨਾਲ ਸੰਬੰਧਿਤ ਸਮੱਸਿਆ ਦਾ ਹੱਲ ਲੱਭਣ ਲਿਆ। ਜਿਵੇਂ ਕਿ ਤੁਸੀਂ ਦੇਖੋਗੇ ਕਿ ਉਸ ਦੀ ਵਿਧੀ ਅਕਸ਼ਾਂਸ਼ ਅਤੇ ਰੇਖਾਂਸ਼ ਦੀ ਪੁਰਾਣੀ ਵਿਚਾਰਧਾਰਾ ਦਾ ਹੀ ਇੱਕ ਵਿਕਸਿਤ ਰੂਪ ਸੀ। ਅਕਸ਼ਾਂਸ਼ ਅਤੇ ਰੇਖਾਂਸ਼, ਅਕਸ਼ਾਂਸ਼ਰ ਅਤੇ ਦੇਸ਼ਾਂਤਰ ਜੇ ਤੁਸੀਂ ਨਹੀਂ ਪੜ੍ਹੇ ਹੈਗੇ, ਇਹ ਜਿਓਗ੍ਰਾਫੀ ਦੇ 6ਵੇਂ ਚੈਪਟਰ ਦੇ ਵਿੱਚ ਹੈਗੇ ਨੇ, ਇਹ ਸਮਝਣੇ ਵੀ ਬਹੁਤ ਜ਼ਰੂਰੀ ਨੇ। ਠੀਕ ਹੈ, ਜੇ ਤੁਹਾਨੂੰ ਕੋਆਰਡੀਨੇਟ ਜਿਓਮੈਟਰੀ ਸਮਝ ਆ ਗਈ ਨਾ, ਤੁਹਾਨੂੰ ਅਕਸ਼ਾਂਸ਼ ਅਤੇ ਦੇਸ਼ਾਂਤਰ, ਅਸੀਂ ਇਹਨੂੰ ਰੇਖਾਂਸ਼ ਵੀ ਬੋਲਦੇ ਹਾਂ ਅਤੇ ਦੇਸ਼ਾਂਤਰ ਵੀ ਬੋਲ ਦਿੰਦੇ ਹਾਂ। ਠੀਕ ਹੈ ਜੀ, ਦੀ ਪੁਰਾਣੀ ਵਿਚਾਰਧਾਰਾ ਦਾ ਇੱਕ ਵਿਕਸਿਤ ਰੂਪ ਸੀ। ਇੱਕ ਸਮਤਲ ਮਤਲਬ ਲੌਂਗੀਟਿਊਡ ਅਤੇ ਲੈਟੀਟਿਊਡ ਹੈ। ਇਹ ਪੁਰਾਣੀ ਵਿਚਾਰਧਾਰਾ ਦਾ ਇੱਕ ਵਿਕਸਿਤ ਰੂਪ ਸੀ। ਇੱਕ ਸਮਤਲ ਵਿੱਚ ਇੱਕ ਬਿੰਦੂ ਦੀ ਸਥਿਤੀ ਦਾ ਨਿਰਧਾਰਨ ਕਰਨ ਲਈ ਜ਼ਰੂਰੀ ਪ੍ਰਣਾਲੀ ਦਕਾਰਤੇ ਦਾ ਮਾਨ ਵਿੱਚ ਕਾਰਟੀਜ਼ੀਅਨ ਪ੍ਰਣਾਲੀ ਵੀ ਕਿਹਾ ਜਾਂਦਾ ਹੈ। ਠੀਕ ਹੈ, ਇਹਦਾ ਦੂਜਾ ਨਾਮ ਕੀ ਹੈ? ਨਿਰਦੇਸ਼ ਅੰਕ ਜਮਾਇਤੀ ਨੂੰ ਅਸੀਂ ਕੀ ਪੜ੍ਹਾਂਗੇ? ਕਾਰਟੀਜ਼ੀਅਨ ਸਿਸਟਮ ਪੜ੍ਹਾਂਗੇ। ਕਲੀਅਰ ਜੀ? ਮੈਨੂੰ ਤੱਕ ਤਾਂ ਲੱਗਦਾ ਕਲੀਅਰ ਹੋ ਗਈ ਹੋਣੀ ਚੀਜ਼ ਸਾਰੀ। ਉਹ ਤੋਂ ਬਾਅਦ ਜਿਹੜਾ ਐਕਸਰਸਾਈਜ਼ 3.1 ਹੈ, ਇਹਨੂੰ ਆਪਾਂ ਦੇਖਦੇ ਹਾਂ। ਇਹ ਵੀ ਲੈਕਚਰ ਦੇਖ ਲਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।